ਪਾਠ ਨੰਬਰ 15 1857 ਈਸਵੀ ਦਾ ਵਿਦਰੋਹ ਦਾ ਰਿਵੋਲਟ ਆਫ 1857 ਦੇ ਅੱਜ ਅਸੀਂ ਕਰਾਂਗੇ ਰਾਜਨੀਤਿਕ ਕਾਰਨ ਪੋਲੀਟੀਕਲ ਕਾਜ਼। ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ। 1857 ਈਸਵੀ ਵਿੱਚ ਨਾਨਾ ਸਾਹਿਬ ਪੇਸ਼ਵਾ ਬਾਜੀ ਰਾਓ ਦੂਜੇ ਤੋਂ ਬਾਅਦ ਉੱਤਰਾਧਿਕਾਰੀ ਬਣੇ। ਨਾਨਾ ਸਾਹਿਬ ਪੇਸ਼ਵਾ ਬਾਜੀ ਰਾਓ ਦੂਜੇ ਦੀ ਮੌਤ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਬਣਿਆ ਤਾਂ ਲਾਰਡ ਡਲਹੌਜੀ ਨੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ। ਇਸ ਕਰਕੇ ਨਾਨਾ ਸਾਹਿਬ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ। ਜੋ ਪੇਸ਼ਵਾ ਦੀ ਇੱਕ ਪਦਵੀ ਸੀ ਜਿਸ ਦੇ ਤਹਿਤ ਅੰਗਰੇਜ਼ ਜੋ ਵਿਅਕਤੀ ਪੇਸ਼ਵਾ ਦੀ ਪਦਵੀ 'ਤੇ ਹੁੰਦਾ ਸੀ ਉਸ ਨੂੰ ਪੈਨਸ਼ਨ ਦਿੰਦੇ ਸਨ। ਅਤੇ ਪੇਸ਼ਵਾ ਬਾਜੀ ਰਾਓ ਦੂਜੇ ਦੀ ਮੌਤ ਤੋਂ ਬਾਅਦ ਨਾਨਾ ਸਾਹਿਬ ਪੇਸ਼ਵਾ ਬਣਿਆ ਤਾਂ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ। ਇਸ ਕਰਕੇ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ। ਮੁਗਲ ਬਾਦਸ਼ਾਹ ਨਾਲ ਬੁਰਾ ਵਿਵਹਾਰ। ਅੰਗਰੇਜ਼ਾਂ ਨੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਕਹਿ ਦਿੱਤਾ ਕਿ ਉਸ ਦੀ ਮੌਤ ਪਿੱਛੋਂ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਜਾਵੇਗਾ। ਬਹਾਦਰ ਸ਼ਾਹ ਜ਼ਫਰ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਅਤੇ ਅੰਗਰੇਜ਼ੀ ਰਾਜ ਨੂੰ ਭਾਰਤ ਵਿੱਚੋਂ ਖਤਮ ਕਰਨ ਦਾ ਪ੍ਰਣ ਕਰ ਲਿਆ। ਜੋ ਲਾਲ ਕਿਲ੍ਹਾ ਬਣਾਇਆ ਸੀਗਾ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਬਣਾਇਆ ਸੀ। ਇਸ ਕਰਕੇ ਲਾਲ ਕਿਲ੍ਹੇ ਦੇ ਉੱਤੇ ਜੋ ਵੀ ਮੁਗਲ ਬਾਦਸ਼ਾਹ ਹੁੰਦਾ ਸੀ ਉਸ ਦਾ ਅਧਿਕਾਰ ਸਮਝਿਆ ਜਾਂਦਾ ਸੀ। ਤਾਂ ਉਸ ਸਮੇਂ ਬਹਾਦਰ ਸ਼ਾਹ ਜ਼ਫਰ ਮੁਗਲ ਬਾਦਸ਼ਾਹ ਸੀ ਤਾਂ ਉਸ ਨੂੰ ਕਹਿ ਦਿੱਤਾ ਗਿਆ ਕਿ ਤੇਰੀ ਮੌਤ ਤੋਂ ਪਿੱਛੋਂ ਜਦੋਂ ਉਸ ਦੀ ਮੌਤ ਹੋ ਗਈ ਤਾਂ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਜਾਵੇਗਾ, ਭਾਵ ਉਸ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਵੇਗਾ। ਇਸ ਨੂੰ ਬਹਾਦਰ ਸ਼ਾਹ ਜ਼ਫਰ ਨੇ ਆਪਣਾ ਅਪਮਾਨ ਸਮਝਿਆ ਅਤੇ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ। ਲਾਰਡ ਡਲਹੌਜੀ ਦੀ ਲੈਂਪਸ ਦੀ ਨੀਤੀ ਅਨੁਸਾਰ ਜੇਕਰ ਕਿਸੇ ਰਾਜ ਦਾ ਸ਼ਾਸਕ ਸੰਤਾਨਹੀਨ ਮਰ ਜਾਂਦਾ ਸੀ ਤਾਂ ਉਸ ਦੁਆਰਾ ਗੋਦ ਲਏ ਗਏ ਪੁੱਤਰ ਨੂੰ ਰਾਜ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਂਦਾ, ਜਿਸ ਕਾਰਨ ਰਿਆਸਤਾਂ ਅੰਗਰੇਜ਼ੀ ਰਾਜ ਵਿਰੁੱਧ ਵਿਦਰੋਹ ਵਿੱਚ ਹਿੱਸਾ ਲਿਆ ਸੀ। ਲਾਰਡ ਡਲਹੌਜੀ ਜੋ ਭਾਰਤ ਦਾ ਵਾਇਸਰਾਏ ਬਣ ਕੇ ਆਇਆ ਸੀ ਉਸਨੇ ਇੱਕ ਨੀਤੀ ਚਲਾਈ ਸੀ ਲੇਪ ਹੁੰਦਾ ਗਾ ਗੋਦ। ਤਾਂ ਉਸਨੇ ਭਾਵ ਜਿਸ ਦੇਸੀ ਰਿਆਸਤ ਦੇ ਰਾਜੇ ਦੇ ਆਪਣੀ ਔਲਾਦ ਨਹੀਂ ਸੀ ਉਸ ਨੂੰ ਪੁੱਤਰ ਗੋਦ ਲੈਣ ਦੀ ਇਜਾਜ਼ਤ ਨਹੀਂ ਸੀ, ਭਾਵ ਜੇਕਰ ਉਹ ਪੁੱਤਰ ਗੋਦ ਲੈ ਵੀ ਲੈਂਦਾ ਤਾਂ ਉਸ ਨੂੰ ਉਸ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਂਦਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਜਾਂਦਾ ਸੀ। ਤੁਸੀਂ ਸਭ ਨੇ ਸੁਣਿਆ ਹੈ ਝਾਂਸੀ ਦੀ ਰਾਣੀ ਬਾਰੇ। ਜੋ ਝਾਂਸੀ ਦੀ ਰਾਣੀ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਕਰਦੇ ਹੋਏ ਸ਼ਹੀਦੀ ਪਾ ਗਈ ਸੀ, ਉਸ ਦਾ ਕਾਰਨ ਵੀ ਇਹੀ ਸੀ। ਝਾਂਸੀ ਦੀ ਰਾਣੀ ਨੇ ਪੁੱਤਰ ਗੋਦ ਲਿਆ ਸੀ ਜਿਸ ਨੂੰ ਅੰਗਰੇਜ਼ਾਂ ਨੇ ਉਸ ਦਾ ਉੱਤਰਾਧਿਕਾਰੀ ਨਹੀਂ ਸਮਝਿਆ ਸੀ ਅਤੇ ਉਹ ਵੀ ਇਸੇ ਤਰ੍ਹਾਂ ਝਾਂਸੀ, ਨਾਗਪੁਰ, ਉਦੈਪੁਰ, ਸੰਬਲਪੁਰ ਆਦਿ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਸੀ। ਸਿੱਟੇ ਵਜੋਂ ਇਹਨਾਂ ਰਿਆਸਤਾਂ ਨੇ ਵੀ ਅੰਗਰੇਜ਼ੀ ਰਾਜ ਵਿਰੁੱਧ ਵਿਦਰੋਹ ਵਿੱਚ ਭਾਗ ਲਿਆ ਸੀ। ਅਵਧ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ। ਲਾਰਡ ਡਲਹੌਜੀ ਨੇ ਅਵਧ ਵਿੱਚ ਭੈੜੇ ਸ਼ਾਸਨ ਪ੍ਰਬੰਧ ਦਾ ਦੋਸ਼ ਲਗਾ ਕੇ ਇਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਇਸ ਕਰਕੇ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ, ਉਸ ਸਮੇਂ ਜੋ ਅਵਧ ਦਾ ਨਵਾਬ ਸੀ, ਅਵਧ ਖੇਤਰ ਹੈ ਉੱਤਰ ਪ੍ਰਦੇਸ਼ ਦਾ, ਯੂਪੀ ਦਾ, ਤਾਂ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਵਾਜਿਦ ਅਲੀ ਸ਼ਾਹ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸੀ ਕਿਉਂਕਿ ਉਹ ਬਿਲਕੁਲ ਸਹੀ ਸ਼ਾਸਨ ਕਰ ਰਿਹਾ ਸੀ। ਸਿਰਫ ਇੱਕ ਬਹਾਨਾ ਲੱਭ ਕੇ ਕਿ ਇਸ ਦਾ ਜੋ ਸ਼ਾਸਨ ਹੈ ਉਹ ਭੈੜਾ ਹੈ, ਲੋਕਾਂ ਨਾਲ ਬੁਰਾ ਵਿਵਹਾਰ ਹੁੰਦਾ, ਇਹ ਆਰੋਪ ਲਾ ਕੇ ਉਸ ਦੇ ਸਾਮਰਾਜ ਨੂੰ ਵੀ ਆਪਣੇ ਸ਼ਾਸਨ ਵਿੱਚ ਮਿਲਾ ਲਿਆ ਸੀ ਅੰਗਰੇਜ਼ਾਂ ਨੇ। ਤਾਂ ਕੁਐਸਚਨ ਆ ਜੇ ਕਿ ਉਸ ਸਮੇਂ ਅਵਧ ਦਾ ਨਵਾਬ ਕੌਣ ਸੀ, ਤਾਂ ਨਵਾਬ ਸੀਗਾ ਵਾਜਿਦ ਅਲੀ ਸ਼ਾਹ। ਅਤੇ ਕਿਉਂ ਮਿਲਾਇਆ ਸੀਗਾ? ਭੈੜੇ ਸ਼ਾਸਨ ਪ੍ਰਬੰਧ ਦਾ ਦੋਸ਼ ਲਗਾ ਕੇ। ਜੋ ਨੀਤੀ ਸੀ ਲੈਂਪਸ ਦੀ ਜਿਹਨੇ ਚਲਾਈ ਸੀ ਲਾਰਡ ਡਲਹੌਜੀ ਨੇ, ਕੀ ਸੀ ਕਿ ਪੁੱਤਰ ਗੋਦ ਲੈਣ ਦੀ ਇਜਾਜ਼ਤ ਨਹੀਂ ਸੀ। ਝਾਂਸੀ, ਸੰਬਲਪੁਰ, ਉਦੈਪੁਰ, ਨਾਗਪੁਰ ਇਹ ਸਾਰੀਆਂ ਰਿਆਸਤਾਂ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਈਆਂ ਸਨ। ਨਾਨਾ ਸਾਹਿਬ ਦੀ ਪੈਨਸ਼ਨ ਕਿਉਂ ਬੰਦ ਕਰ ਦਿੱਤੀ? ਨਾਨਾ ਸਾਹਿਬ ਦੀ ਪੈਨਸ਼ਨ ਕਿਉਂ ਬੰਦ ਕੀਤੀ ਸੀ? ਅਸੀਂ ਪੜ੍ਹਿਆ 1857 ਈਸਵੀ ਵਿੱਚ ਨਾਨਾ
ਸਾਹਿਬ ਪੇਸ਼ਵਾ ਬਾਜੀਰਾਓ ਦੂਸਰੇ ਤੋਂ ਬਾਅਦ ਉੱਤਰਾਧਿਕਾਰੀ ਬਣਿਆ ਤਾਂ ਲਾਰਡ ਡਲਹੌਜੀ ਨੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ। ਭਾਵ ਜੋ ਪੇਸ਼ਵਾ ਸੀ, ਪੇਸ਼ਵਾ ਦੀ ਪਦਵੀ ਖਤਮ ਕਰ ਦਿੱਤੀ ਲਾਰਡ ਡਲਹੌਜੀ ਨੇ, ਵੀ ਕੋਈ ਪੇਸ਼ਵੇ ਦੀ ਪਦਵੀ ਨਹੀਂ। ਜਦੋਂ ਪਦਵੀ ਖਤਮ ਕਰ ਦਿੱਤੀ ਤਾਂ ਜੋ ਪੈਨਸ਼ਨ ਸੀ ਉਹ ਆਪਣੇ ਆਪ ਬੰਦ ਹੋ ਗਈ। 1857 ਈਸਵੀ ਵਿੱਚ ਨਾਨਾ ਸਾਹਿਬ ਪੇਸ਼ਵਾ ਬਾਜੀਰਾਓ ਦੂਸਰੇ ਤੋਂ ਬਾਅਦ ਉੱਤਰਾਧਿਕਾਰੀ ਬਣੇ ਤਾਂ ਲਾਰਡ ਡਲਹੌਜੀ ਨੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ। ਲਾਰਡ ਡਲਹੌਜੀ ਨੇ ਪੇਸ਼ਵਾ ਦੀ ਪਦਵੀ ਖਤਮ ਕਰ ਦਿੱਤੀ ਸੀ ਤਾਂ ਪੇਸ਼ਵਾ ਦੀ ਪਦਵੀ ਖਤਮ ਹੋਣ ਕਰਕੇ ਨਾਨਾ ਸਾਹਿਬ ਦੀ ਪੈਨਸ਼ਨ ਵੀ ਆਪਣੇ ਆਪ ਬੰਦ ਹੋ ਗਈ। ਤਾਂ ਪਹਿਲਾ ਕੁਐਸਚਨ। ਅਗਲਾ ਕੁਐਸਚਨ, ਲੈਪਸ ਦੀ ਨੀਤੀ ਕੀ ਸੀ? ਜੇਕਰ ਕਿਸੇ ਦੇਸੀ ਰਾਜ ਦਾ ਸ਼ਾਸਕ ਸੰਤਾਨਹੀਨ ਮਰ ਜਾਂਦਾ ਸੀ ਤਾਂ ਉਸ ਦੁਆਰਾ ਗੋਦ ਲਏ ਗਏ ਪੁੱਤਰ ਨੂੰ ਰਾਜ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਂਦਾ ਸੀ। ਇਹ ਦੂਸਰੇ ਕੁਐਸਚਨ ਦਾ ਆਨਸਰ ਹੈ। ਦੂਸਰੇ ਕੁਐਸਚਨ ਦਾ ਆਨਸਰ, ਇਹ ਦੂਸਰੇ ਕੁਐਸਚਨ ਦਾ ਆਨਸਰ। ਅਗਲਾ ਕੁਐਸਚਨ, 1857 ਈਸਵੀ ਦੇ ਵਿਦਰੋਹ ਦੇ ਰਾਜਨੀਤਿਕ ਕਾਰਨ ਕੀ ਸਨ? ਤਾਂ ਜਿਹੜੇ ਇਹ ਪੁਆਇੰਟ ਨੇ, ਮੁਗਲ ਬਾਦਸ਼ਾਹ ਨਾਲ ਬੁਰਾ ਵਿਵਹਾਰ, ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ, ਅਬਦ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ, ਇਹ ਸਾਰੇ ਹੀ ਕਾਰਨ ਨੇ, ਰਾਜਨੀਤਿਕ ਕਾਰਨ। ਸਿਰਫ ਤੁਸੀਂ ਇਕੱਲੇ ਆ ਪੁਆਇੰਟ ਲਿਖਣੇ ਨੇ, ਇਕੱਲੇ ਪੁਆਇੰਟ। ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ, ਇਕੱਲੇ ਇਹ ਜਿਹੜੇ ਲਾਲ ਕੀਤੇ ਹੋਏ ਨੇ ਬਾਕਸ, ਸਿਰਫ ਤੁਸੀਂ ਇਕੱਲੇ ਇਹ ਪੁਆਇੰਟ ਲਿਖ ਦੇਣੇ ਨੇ 2-3 ਅਤੇ ਤੁਹਾਡਾ ਆਨਸਰ ਹੋ ਜਾਏਗਾ। ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ, ਮੁਗਲ ਬਾਦਸ਼ਾਹ ਨਾਲ ਬੁਰਾ ਵਿਵਹਾਰ, ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ, ਅਬਦ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ, ਇਹ ਸਾਰੇ ਹੀ ਰਾਜਨੀਤਿਕ ਕਾਰਨ ਸਨ। ਇਹ ਤੁਸੀਂ ਕਰ ਸਕਦੇ ਹੋ ਦੇਖ ਕੇ, ਬਸ ਜੋ ਲਾਲ ਕੀਤੇ ਹੋਏ ਨੇ ਲਾਲ ਡੱਬਿਆਂ 'ਚ ਨੇ, ਸਿਰਫ ਇਹੀ ਇਸ ਦੇ ਆਨਸਰ ਤੁਸੀਂ ਲਿਖ ਦੇਣੇ ਆ। ਖਾਲਿਸਤਾਨ ਨਾਨਾ ਸਾਹਿਬ ਦੇ ਵਿਰੁੱਧ ਹੋ ਗਿਆ। ਕਿਹਦੇ ਵਿਰੁੱਧ ਹੋ ਗਿਆ? ਅੰਗਰੇਜ਼ਾਂ ਦੇ। ਪਹਿਲਾ ਖਾਲਿਸਤਾਨ ਅੰਗਰੇਜ਼ਾਂ। ਦੂਜਾ ਅਬਦ ਦੇ ਨਵਾਬ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਤਾਂ ਨਵਾਬ ਕੌਣ ਸੀਗਾ? ਨਵਾਬ ਵਾਜਿਦ ਅਲੀ ਸ਼ਾਹ। ਨਵਾਬ, ਇਹ ਦੂਜੇ ਖਾਲਿਸਤਾਨ ਦਾ ਆਨਸਰ ਹੈ। ਨਵਾਬ ਵਾਜਿਦ ਅਲੀ ਸ਼ਾਹ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਪਹਿਲੇ ਖਾਲਿਸਤਾਨ 'ਚ ਆਊਗਾ ਅੰਗਰੇਜ਼ਾਂ, ਚਾਹੇ ਇੱਥੋਂ ਦੇਖ ਕੇ ਲਿਖ ਲਓ ਅੰਗਰੇਜ਼ਾਂ, ਚਾਹੇ ਇੱਥੋਂ ਦੇਖ ਕੇ ਲਿਖ ਲਓ ਅੰਗਰੇਜ਼ਾਂ। ਦੂਜੇ ਖਾਲਿਸਤਾਨ ਦਾ ਅਬਦ ਦੇ ਨਵਾਬ ਵਾਜਿਦ ਅਲੀ ਸ਼ਾਹ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਸਹੀ ਜਾਂ ਗਲਤ? ਲਾਰਡ ਡਲਹੌਜੀ ਦੀ ਲੈਪਸ ਦੀ ਨੀਤੀ ਅਪਣਾਈ, ਬਿਲਕੁਲ ਸਹੀ ਹੈ। ਰਿਆਸਤਾਂ ਅੰਗਰੇਜ਼ੀ ਰਾਜ ਵਿਰੁੱਧ ਵਿਦਰੋਹ ਵਿੱਚ ਹਿੱਸਾ ਨਹੀਂ ਲਿਆ ਸੀ ਤਾਂ ਇਹ ਗਲਤ ਹੈ। ਇਹ ਕੀ ਹੈ? ਗਲਤ ਹੈ, ਗਲਤ। ਅੱਗੇ ਸਾਡੀ ਇਹ ਸਲਾਈਡ ਆ ਗਈ ਅੰਗਰੇਜ਼ੀ ਮਾਧਿਅਮ 'ਚ। Why the pension of Nana Sahib stopped? Nana Sahib was adopted by Peshwa Bajirao II, but after his death, when Nana Sahib became his successor, Lord Dalhousie stopped his pension. क्यों ਕੀਤੀ ਸੀਗੀ? ਨਾਨਾ ਸਾਹਿਬ was adopted by Peshwa Bajirao II। ਤਾਂ ਸਾਡੇ ਪਹਿਲੇ ਕੁਐਸਚਨ ਦਾ ਆਨਸਰ ਆਵੇਗਾ ਕਿਉਂ ਕੀਤੀ ਸੀ? ਇੱਥੋਂ ਨਾਨਾ ਸਾਹਿਬ
was adopted by Peshwa Bajirao II. But after his death, when Nana Sahib became his Lord Dalhousie stopped his pension. ਤਾਂ ਪਹਿਲੇ ਕੁਐਸਚਨ ਦਾ ਆਨਸਰ ਇਸ ਤਰ੍ਹਾਂ ਕਰਨਾ। ਪਹਿਲੇ ਕੁਐਸਚਨ ਦਾ ਆਨਸਰ ਹੈ। ਸੈਕਿੰਡ ਦਾ ਵਟ ਵਾਜ ਦਾ ਡਾਕਟਰਾਈਨ ਆਫ ਲੈਪਸ ਕੀ ਸੀਗਾ? ਅਕੋਰਡਿੰਗ ਟੂ ਡਾਕਟਰਾਈਨ ਆਫ ਲੈਪਸ ਬਾਈ ਲਾਰਡ ਡਲਹੌਜੀ, ਇਫ ਦਾ ਰੂਲਰ ਆਫ ਐਨੀ ਸਟੇਟ, ਮੈਂ ਦੁਬਾਰੇ ਦੱਸਦਾ। ਪਹਿਲਾ ਕੁਐਸਚਨ ਨਾਨਾ ਸਾਹਿਬ ਤੋਂ ਲੈ ਕੇ ਪੈਨਸ਼ਨ ਤੱਕ, ਪਹਿਲਾ ਕੁਐਸਚਨ। ਸੈਕਿੰਡ ਕੁਐਸਚਨ ਅਕੋਰਡਿੰਗ ਟੂ ਦਾ ਡਾਕਟਰਾਈਨ ਆਫ ਲੈਪਸ by Lord Dalhousie, if the ruler of any state died without any issue adopted, his son would not be recognized as a of the state. Second question, what were the political causes of 1857 revolt? ਜਿਹੜੇ ਬਲੈਕ ਨੇਗੇ to stop the pension of Nana Sahib, bad treatment to the Mughal Bahadur Shah Zafar, adoption of, ਜਿਹੜੇ ਕਾਲੇ ਰੰਗ 'ਚ ਲਿਖੇ ਹੋਏ ਨੇ ਇਹ ਪੁਆਇੰਟ ਲਿਖ ਦਿਓ, ਚਾਰੇ ਦੇ ਚਾਰੇ ਪੁਆਇੰਟ, ਚਾਹੇ 2 ਲਿਖ ਦਿਓ, ਚਾਹੇ 3, ਚਾਹੇ 4, ਜੋ ਇਹ ਬਲੈਕ ਲਿਖੇ ਹੋਏ ਨੇ। ਟੂ ਸਟਾਪ ਦਾ ਪੈਨਸ਼ਨ ਆਫ ਨਾਨਾ ਸਾਹਿਬ, ਬੈਡ ਟਰੀਟਮੈਂਟ ਆਫ ਮੁਗਲ ਐਂਪਰਰ, ਇਹ ਸਾਰੇ ਦੇ ਸਾਰੇ ਪੁਆਇੰਟ ਸਾਡੇ ਥਰਡ ਕੁਐਸਚਨ ਦੇ ਆਨਸਰ ਨੇ। ਇਸ ਤੋਂ ਅੱਗੇ ਫਿਲ ਇਨ ਦਾ ਬਲੈਂਕਸ। ਨਾਨਾ ਸਾਹਿਬ ਬਿਕੇਮ ਓਪੋਨੈਂਟ ਆਫ ਬ੍ਰਿਟਿਸ਼, ਇਹ ਭਰ ਦਿਓ। ਨਾਨਾ ਸਾਹਿਬ ਬਿਕੇਮ ਓਪੋਨੈਂਟ ਆਫ ਬ੍ਰਿਟਿਸ਼, ਤਾਂ ਪਹਿਲੀ ਫਿਲਅਪ ਦਾ ਆਨਸਰ ਇਹ ਆਵੇਗਾ। ਦੂਜੀ ਫਿਲਅਪ, ਦਾ ਨਵਾਬ ਆਫ ਅਵਧ ਵਾਜਿਦ ਅਲੀ, ਵਾਜਿਦ ਅਲੀ, ਇਹ ਸੈਕਿੰਡ ਫਿਲਅਪ ਦਾ ਆਨਸਰ ਹੈ, ਵਾਜਿਦ ਅਲੀ, ਵਾਜਿਦ ਅਲੀ। ਟਰੂ ਫਾਲਸ, ਲਾਰਡ ਡਲਹੌਜੀ ਅਡੋਪਟਡ ਡਾਕਟਰਾਈਨ ਆਫ ਲੈਪਸ, ਟਰੂ। ਸਟੇਟਸ ਡਿਡ ਨਾਟ ਪਾਰਟੀਸਪੇਟ ਇਨ ਦਾ ਰਿਵੋਲਟ ਅਗੇਂਸਟ ਬ੍ਰਿਟਿਸ਼, ਫਾਲਸ। ਇਹਨਾਂ ਨੇ ਹਿੱਸਾ ਲਿਆ ਸੀ ਝਾਂਸੀ, ਉਦੈਪੁਰ, ਨਾਗਪੁਰ, ਸੰਬਲਪੁਰ, ਇਹਨਾਂ ਸਭ ਨੇ ਹਿੱਸਾ ਲਿਆ ਸੀ। ਝਾਂਸੀ ਦੀ ਰਾਣੀ ਅਸੀਂ ਆਮ ਤੌਰ 'ਤੇ ਕਿਤਾਬਾਂ ਵਿੱਚ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਉਸਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਹੋਏ। ਇਸ ਤਰ੍ਹਾਂ ਅਸੀਂ ਅੱਜ ਵਾਲੀ ਸਲਾਈਡ ਦਾ ਕੰਮ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਮਾਧਿਅਮਾਂ ਦੇ ਰਾਹੀਂ ਕੀਤਾ ਹੈ।